ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪੰਜਾਂ ਪਿਆਰਿਆਂ ਦੇ ਮੁਖੀ ਮਹਾਰਾਜ ਦੇ ਗੜਵਈ ਔਰ ਪੰਜਾਂ ਪਿਆਰਿਆਂ ਦੇ ਜਥੇਦਾਰ ਕਹਿ ਲਓ, ਜਿਨ੍ਹਾਂ ਤੋਂ ਤਕਰੀਬਨ 20 ਸੰਪਰਦਾਵਾਂ ਚੱਲ ਰਹੀਆਂ। ਸਭ ਨੂੰ ਵੱਡੀ ਸੰਪਰਦਾ ਇਹ, ਕਿਉਂਕਿ ਦਸਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪ ਇੱਕ ਵਾਰੀ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਨੂੰ ਬਖਸ਼ੀ ਹੈ। ਫਿਰ ਅਧਿਕਾਰ ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ। ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਤਕਰੀਬਨ ਭਾਈ ਦਇਲ ਸਿੰਘ ਸਾਹਿਬ ਜੀ ਦੇ ਹਸਤ ਕਮਲਾਂ ਤੋਂ ਹੀ ਛਕਿਆ, ਔਰ ਹਜ਼ੂਰ ਸਾਹਿਬ ਤੱਕ ਓੜਕ ਮਹਾਰਾਜ ਦੇ ਨਾਲ ਪ੍ਰੀਤ ਨਿਭਾਈ। ਅੱਜ ਉਸੇ ਸੰਪਰਦਾ ਦੇ ਮਹਾਂਪੁਰਖ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ, ਉਹਨਾਂ ਤੋਂ ਵਰੋਸਾਈਆਂ ਮਹਾਨ ਸ਼ਖਸੀਅਤਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਤੇਜਾ ਸਿੰਘ ਜੀ ਮਹਾਰਾਜ ਰਾੜਾ ਸਾਹਿਬ, ਔਰ ਇਸ ਸਥਾਨ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ, ਜੋ ਬੜੀ ਤਨਦੇਹੀ ਦੇ ਨਾਲ ਅਸਥਾਨਾਂ ਦੀ ਸੰਗਤ ਦੀ, ਗੁਰੂ ਖਾਲਸਾ ਪੰਥ ਦੀ ਦੇਸ਼ ਪ੍ਰਦੇਸ਼ ਵਿੱਚ ਹਰ ਪੱਖ ਤੋਂ ਸੇਵਾ ਨਿਭਾ ਰਹੇ ਹਨ। ਅੱਜ ਹਫ਼ਤਾਵਾਰੀ ਦੀਵਾਨ ਹੈ। ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ, ਆਪ ਮਹਾਂਪੁਰਖਾਂ ਤੋਂ ਸਰਵਣ ਕਰਦੇ ਹੀ ਰਹਿੰਦੇ ਹਾਂ। ਧੰਨ ਧੰਨ ਭਾਈ ਦਇਆ ਸਿੰਘ ਜੀ ਮਹਾਰਾਜ, ਉਹਨਾਂ ਤੋਂ ਵਰਵਸਾਏ ਧੰਨ ਧੰਨ ਬਾਬਾ ਸੋਭਾ ਸਿੰਘ ਜੀ ਮਹਾਰਾਜ, ਜੋ ਕੇਸਗੜ੍ਹ ਸਾਹਿਬ ਦੇ ਪਹਿਲੇ ਜਥੇਦਾਰ ਰਹੇ ਆ। ਉਹਨਾਂ ਤੋਂ ਵਰਵਸਾਏ ਬਾਬਾ ਸਾਹਿਬ ਸਿੰਘ ਬੇਦੀ, ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ, ਔਰ ਉਹਨਾਂ ਤੋਂ ਬਾਅਦ ਬਾਬਾ ਭਾਗ ਸਿੰਘ ਪੁਰੀ ਵਾਲੇ ਪਚਾਦੇ, ਉਹਨਾਂ ਦੀ ਸੋਟੀ ਤੇ ਉਹ ਡਰਦੇ ਹੁੰਦੇ ਸੀ, ਇੰਨਾ ਤਪ ਸੀ। ਉਹਨਾਂ ਤੋਂ ਬਾਅਦ ਮਹਾਨ ਰਾਜਾ ਜੋਗੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ, ਧੰਨ ਧੰਨ ਬਾਬਾ ਖੁਦਾ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਮਹਾਰਾਜ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨਾ, ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਇਸ ਤਪੋ ਭੂਮੀ ਨੂੰ ਭਾਗ ਲਾਉਣ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਤੇਜਾ ਸਿੰਘ ਜੀ ਮਹਾਰਾਜ। ਹੁਣ ਇਹਨਾਂ ਮਹਾਂਪੁਰਖਾਂ ਨੂੰ ਗੁਰਬਾਣੀ ਨੇ ਕਿੰਨਾ ਸਤਿਕਾਰ ਦਿੱਤਾ। ਕੁਲਿਅੰਗ ਪਵਿੱਤਰਾ ਜਨਨੀ ਕਰਤਾਰਥਾ, ਉਹਨਾਂ ਦੀ ਕੁਲ ਵੀ ਪਵਿੱਤਰ ਹੋ ਜਾਂਦੀ ਹੈ, ਉਹਨਾਂ ਦੀ ਮਾਤਾ ਵੀ ਕਿਰਤ ਅਰਥ ਹੁੰਦੀ ਹੈ। ਅੱਜ ਅਸੀਂ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਨਗਰ ਕੀਰਤਨ ਪਾਠਾਂ ਦੇ ਭੋਗ ਪਾਏ ਹੈ। ਉਹਨਾਂ ਦੇ ਸ਼ੇਸ਼ ਬਾਬਾ ਮਹਾਰਾਜ ਸਿੰਘ ਜੀ ਦੇ ਅਸਥਾਨ 'ਤੇ 365 ਅਸਥਾਨ ਆ ਮਹਾਂਪੁਰਖਾਂ ਦਾ। ਕੁਝ ਪਾਕਿਸਤਾਨ 'ਚ ਰਹਿ ਗਏ, ਜਿਹੜੇ ਇੱਧਰ ਆ ਤਕਰੀਬਨ ਸਾਰੇ ਅਸਥਾਨਾਂ 'ਤੇ ਇਹ ਦਿਨ 27 ਵਿਸਾਖ ਦਾ ਮਨਾਇਆ ਜਾਂਦਾ। ਇੱਥੇ ਫਿਰ 2 ਦਿਨ ਲੇਟ ਕੀਤਾ ਗਿਆ ਸੀ,
ਰੱਬੋਂ ਤੋਂ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਸਰਦਾਰ ਸੇਵਾ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਧਰਮ ਕੌਰ ਜੀ। ਇਹ ਬਾਰਡਰ ਦੇ ਇਲਾਕੇ 'ਚ ਗੱਗੂ ਬੂਆ ਨਗਰ ਹੈ। ਬਹੁਤ ਹੀ ਭਾਗਾਂ ਵਾਲੀ ਧਰਤੀ ਹੈ। ਨਵਾਬ ਕਪੂਰ ਸਿੰਘ ਜੀ, ਸੁੱਖਾ ਸਿੰਘ ਮਾੜੀ ਕੰਮੋਂ ਵਾਲੇ, ਬਾਬਾ ਬਿਧੀ ਚੰਦ ਜੀ, ਭਾਈ ਤਾਰੂ ਸਿੰਘ ਜੀ, ਮਾਲੂ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ, ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦਾ ਸਥਾਨ, ਇਹ ਸਾਰੇ ਸਥਾਨ ਦੇਖ ਲਓ ਇਸੇ ਰੋਡ 'ਤੇ ਪੈਂਦੇ ਆ। ਬਾਬਾ ਜੀ ਦੇ ਜਨਮ ਨਗਰ ਦਾ ਨਾਮ ਹੈ ਗੱਗੂ ਬੂਆ। ਇਸ ਨਗਰ ਵਿੱਚ ਕੁਝ ਸਮਾਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪਾਏ। ਅਤੇ ਜਦੋਂ ਤਰਨ ਤਾਰਨ ਸਾਹਿਬ ਦੀ ਸੇਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਸਿੱਖਾਂ ਨੂੰ ਬਖਸ਼ਣ ਵਾਸਤੇ ਕਰਵਾ ਰਹੇ ਸੀ, ਮਾਤਾ ਧਰਮ ਕੌਰ ਜੀ ਦੇ ਬਜ਼ੁਰਗਾਂ ਨੇ ਵੀ ਬੜੀ ਘਾਲ ਇਸ ਸੇਵਾ ਵਿੱਚ ਘਾਲੀ। ਪੰਜਵੇਂ ਔਰ ਛੇਵੇਂ ਪਾਤਸ਼ਾਹ ਦਾ ਬਰ ਮਿਲਿਆ। ਪੰਜਵੇਂ ਦਾ ਮਾਤਾ ਜੀ ਦੇ ਬਜ਼ੁਰਗਾਂ ਨੂੰ, ਛੇਵੇਂ ਦਾ ਬਾਬਾ ਵੀਰ ਸਿੰਘ ਸਾਹਿਬ ਦੇ ਬਜ਼ੁਰਗਾਂ ਨੂੰ, ਕਿ ਤੁਹਾਡੀ ਬੰਸ ਵਿੱਚ ਰਾਜਾ ਜੋਗੀ ਮਹਾਂਪੁਰਖ ਹੋਣਗੇ। ਗੱਜ ਕੇ ਬੋਲੋ। ਦੇਗ ਔਰ ਤੇਗ ਦੇ ਧਨੀ ਹੋਣਗੇ। ਦੇਸੀ ਬਿਕਰਮੀ ਸੰਮਤ 1825 ਸਾਵਣ ਦੇ ਮਹੀਨੇ ਬਾਬਾ ਜੀ ਮਹਾਰਾਜ ਦਾ ਇਸ ਨਗਰ ਵਿੱਚ ਅਵਤਰਨ ਹੋਇਆ। ਉਹਨਾਂ ਦਾ ਨਾਮ ਵੀ ਦੇਖ ਲਓ, ਵੀਰ ਸਿੰਘ ਰੱਖਿਆ ਸੂਰਬੀਰ ਬਚਨ ਕੇ ਬਲੀ, ਕੌਲਾਂ ਬੱਪਰੀ ਸੰਤੀ ਛਲੀ। ਇਹਨਾਂ ਦੇ ਸਤਿਕਾਰਯੋਗ ਪਿਤਾ ਅਟਾਰੀ ਵਾਲੇ ਸਰਦਾਰਾਂ ਦੀ ਫੌਜ ਵਿੱਚ ਸੀ। ਜਦੋਂ ਮਲਤਾਨ ਦੀ ਜੰਗ ਹੋਈ, ਸੂਰਬੀਰਤਾ ਨਾਲ ਇਸ ਜੰਗ ਵਿੱਚ ਵੀਰਗਤੀ ਨੂੰ ਪ੍ਰਾਪਤ ਕਰ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਬਾ ਵੀਰ ਸਿੰਘ ਜੀ ਨੂੰ ਉਹਨਾਂ ਦੀ ਜਗ੍ਹਾ ਭਰਤੀ ਕੀਤਾ। ਜਦੋਂ ਉਹਨਾਂ ਦੀ ਪਲਟਨ ਰਾਵਲਪਿੰਡੀ ਦੇ ਇਲਾਕੇ ਵਿੱਚ ਗਈ, ਸਰਦਾਰ ਚੰਦਾ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਪ੍ਰੇਰਨਾ ਨਾਲ ਬਾਬਾ ਵੀਰ ਸਿੰਘ ਜੀ ਮਹਾਰਾਜ ਬਾਬਾ ਭਾਗ ਸਿੰਘ ਸਾਹਿਬ ਪੂਰੀ ਵਾਲਿਆਂ ਦੀ ਸ਼ਰਨ ਵਿੱਚ ਗਏ। ਬਸ ਉਹ ਦਰਸ਼ਨ ਨਾਲ ਹੀ ਦਰਸ਼ਨ ਦੇਖ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ ਵਾਲੀ ਗੱਲ ਬਣ ਗਈ। ਕਹਿੰਦੇ ਮਹਾਰਾਜ ਹੁਣ ਆਪਣੀ ਸੇਵਾ 'ਚ ਸਮਾਂ ਦਿਓ। ਕਹਿੰਦੇ ਫੌਜੀ ਵਰਦੀ ਪਾਈ ਹੈ, ਘੋੜਾ ਸ਼ਾਸਤਰ ਵਾਸਤੇ ਤਾਂ ਫਕੀਰਾਂ ਦੀ ਜਗ੍ਹਾ। ਫਿਰ ਤਿਆਗ ਕੇ ਆ ਗਏ। ਫਿਰ ਸੇਵਾ ਦਿੱਤੀ। ਬਾਬਾ ਜੀ ਨੇ ਕਿਹਾ ਗੜਵਾ ਮਾਂਜ ਕੇ ਲਿਆ। ਗੜਵਾ ਜੰਗਾਲਿਆ ਹੋਇਆ ਸੀ, ਉਹਦੀ ਸਰਾਖ ਬਣਾ ਹੋ ਜਾਏ। ਬੜੇ ਧਿਆਨ ਨਾਲ ਮਾਂਜਿਆ, ਲਿਸ਼ਕਿਆ ਚਿਹਰਾ ਦਿਸੇ। ਕਹਿੰਦੇ ਹੁਣ ਤੂੰ ਗੜਵਾ ਨਹੀਂ ਮਾਂਜਿਆ, ਆਪਣਾ ਭਾਂਡਾ ਮਾਂਜ ਲਿਆ, ਵਸਤੂ ਪਾਉਣ ਦੇ ਯੋਗ ਹੋ ਗਿਆ। ਇੱਕ ਫਿਰ ਭੇਡ ਦੇ ਲੇਲੇ ਦੀ ਸੇਵਾ ਦਿੱਤੀ ਸੰਗਤ ਜੀ। ਇਹ ਦੇਖੋ ਮਹਾਂਪੁਰਖਾਂ ਦੀ ਮੌਜ ਹੈ। ਉਹਦੀ ਸੇਵਾ ਕਰਦੇ ਸੀ। ਖੱਬਲ ਘਾ ਲਿਆ ਕੇ ਪਾਉਣਾ, ਸਫਾਈ ਕਰਨੀ। ਇੱਕ ਦਿਨ ਉਹ ਲੇਲਾ ਕਾਲਵਸ ਹੋ ਗਿਆ। ਮਨ 'ਚ ਸੋਚਣ ਬਾਬਾ ਜੀ ਨੇ ਸੇਵਾ ਦਿੱਤੀ ਸੀ, ਦੇ ਬਹਾਨੇ ਕਿਰਪਾ ਹੋਣੀ ਸੀ। ਬੈਠੇ ਆ ਅਤੇ ਮਹਾਰਾਜ ਆ ਗਏ। ਕਹਿੰਦੇ ਕੀ ਦੇਖ ਰਿਹਾ? ਲੇਲੇ ਨਾਲ ਉਹ ਪਾ ਕੇ ਬੈਠਾ। ਕਹਿੰਦੇ ਮਹਾਰਾਜ ਲੇਲੇ ਨਾਲ ਨਹੀਂ, ਤੁਹਾਡੇ ਬਚਨ ਨਾਲ ਪਿਆਰ ਆ। ਕਹਿੰਦੇ ਇਹਨੂੰ ਕੀ ਹੋਇਆ? ਧੌਣ ਫੜ ਕੇ ਬਹਾਲ ਦੇ ਕਹਿ ਘਾਹ ਖਾ। ਕਿਉਂਕਿ ਉਹਨਾਂ ਦੇ ਹੁਕਮ 'ਚ ਹੀ ਸਾਰਾ ਉੱਠ ਕੇ ਬਹਿ ਗਿਆ, ਘਾਹ ਖਾਣ ਲੱਗ ਪਿਆ। ਇਹ ਦੂਜਾ ਇਮਤਿਹਾਨ। ਤੀਸਰਾ, ਜੰਗਲ ਵਿੱਚ ਜਾ ਕੇ ਸੁੱਕਾ ਬਾਲਣ ਲੈ ਕੇ ਆਉਣਾ ਅਤੇ ਲੰਗਰ 'ਚ ਵਰਤਾਉਣ ਦੀ ਸੇਵਾ ਵੀ ਆਪ ਕਰਨੀ। ਉੱਥੇ ਮਹਾਰਾਜ ਨੇ ਜੋਗ ਮਾਇਆ ਵਰਤਾ ਦਿੱਤੀ।
कोई लकड़ी सूकी मिले ही ना। बस उत्थे दिब रूहां आ गईयां, कई तरह के छल छलावे शुरू हो गए। ये देखिया तो माया वरत गई। इस माया ने अर्जन नूं मलतानी राम नूं भुला दिता सी। नगटी को ठनगन वांडा डू किन्ह विवेकी काटी तू। उदों फिर 5 इशनाना करके महाराज ने अरदास की कि महाराज अपनी छलनी माया तो बचाओ। जिले नेत खोले कुछ भी नहीं, सुक्का जंगल सुक्का, हरा हरा, बालन लैके आ गए। महाराज के बरगत सी बाबा भाग सिंह जी महाराज, कहते देरी नाल आया, कहते महाराज तुहाडी माया वरत गई सी। हस पाए। बाबा बीर सिंह कहते तुहाडी माया बड़ी बली आ। कहते जदों तैं अरदास की सी फिर माया कित्थे गई। सिख दी अरदास माया नालों भी बली आ। जदों कोई होवे छाल ते अरदास करो, ये बाबा जी ने दसिया। उधर महाराज ऊने वाले तबेले च घूमते आ कि इस नस्ल का घोड़ा विशेरा लेना, कंधारी अनार चाहिए। तो हुण अजकल तो टैलीफोन आ, पर उन्होंने टैलीफोन वखरे आ। तो बाबा भाग सिंह साहब कहते देखो ईश्वर की माया कैसी है कि साढ़े गुरदेव तबेले च फिरदे की सकल्प करते। वो खचरा भेजा टोकरा कंधारी अनारां दा। हुण कित्थे रावलपिंडी गुमराह नदी के किनारे ये नगर है कुरी साहब, कित्थे ऊना साहब। कि बाबा जी उत्थे लैके पहुँचे। कहते साढ़े सिख नूं किड्डी अंतर जमता, बिना स्नेहे दे सब चीज़ां भेज रहा। कहन लगे तूं कित्थों आया, पिंड किहड़ा। अखे माझे च ये पिंड आ। कहते वो तो डाकू हुंदे आ, सानू लुटण वास्ते आ गया। तो महाराज ने घोड़ियां की सेवा देती। कहते लंगर कित्थों छकदा महाराज, जिथों होर संगतां। वो ऊना साहब कुंड बनया होया चूने का, उस कुंड विच आटा गुझदा सी। किते सामा मिले तो दर्शन करिया। वो कुंड हाले हैगा, परातां च नहीं। देखो महापुरखां दियां कैसियां बरकतां। वो साध संगत जी लंगर बंद करता, जल पानी बंद करता, घोड़ियां नूं खरखरा करना, दाना पाउणा, जिहड़े कोई दाने इधर उधर धो के भ्यों के खा लेने वो भी बंद कर दिते। सुआन नदी का पानी पी के ढिड नूं इट बन लई, सेवा करते रहे। लंगर च भी घोड़ियां की हजूरी सेवा। फिर कहते बीर सियां लोगों के मरियां दे देहरे बनते, मेरा जींदे का बना। फिर दिवहरा बनाया। कहते साढ़े पसंद नहीं ढाते। वो सेवादार कहते महाराज भी चूना किन्नी मेहनत न चक्की ना रगड़ के सन पा पा के वो तैयार करते। कहते आपां तां खुशी लैनी, अपना ढौण बनाउणा नहीं। पहली वारी ढाया, दूई वारी, तीजी वारी कहते महाराज ये पलंग डाया उत्ते जाके सजे। वो स्थान अज भी मौजूद आ जो बाबा बीर सिंह जी महाराज के हस्त कमलों का बनया होया। फिर कहन लगे हुण तू इत्थों चले जा, ये माझे दे लोग किसी ते काबू नहीं आए। अखड़ माझे तू नत्थ पाएगा। जड़ी सुल्तानपुर इधरों गोविंदवाल GT रोड जा रही लाहौर नूं, नरंगावत चले जा, उत्थे लंगर चला जाके। ऊने दियां देगां लोहां अखेड़ के सब उत्थे भेज दित्तियां। कहन लगे महाराज मैं लंगर की चलावांगा। कहते तू नवारी पलंग ते बह के चौर कराई चली, जिहदा लंगर आपे ही चलाई चलूगा। इत्थे जोकां बहुत होंदियां सी, वो चिंबड़ जणियां लोगों ने बड़ा दुखी होना।
ਤੇ ਲੋਕਾਂ 'ਚ ਭੂਤਾਂ ਦਾ ਵਹਿਮ ਬੜਾ ਸੀ। ਬਾਬਾ ਜੀ ਨੂੰ ਬੇਨਤੀ ਕੀਤੀ, ਉੱਥੇ ਜੋਕ ਨਹੀਂ ਰਹੀ, ਤੇ 1.25 ਗਜ ਲੰਬਾ ਇੱਕ ਜੋੜਾ ਬਣਾਇਆ ਸੀ, ਜਿਹਨੂੰ ਭੂਤ ਹੋਵੇ ਐਵੇਂ ਛੁਆ ਦਿੰਦੇ ਸੀ, ਉਹ ਭੱਜ ਜਾਂਦੇ ਸੀ। ਮਹਾਂਪੁਰਖਾਂ ਦੀ ਮੌਜ ਹੁੰਦੀ। ਫਿਰ ਸਾਧ ਸੰਗਤ ਜੀ ਬਾਬਾ ਜੀ ਕਿਰਪਾ ਕਰਦੇ ਹੀ ਰਹਿੰਦੇ ਆ। ਲੰਗਰ ਦੇ ਵਿੱਚ 700 ਮਣ ਆਟਾ, 280 ਮਣ ਦਾਲ ਅਤੇ 7 ਮਣ ਲੂਣ ਰੋਜ਼ਾਨਾ ਪੈਂਦਾ ਸੀ। ਪੜਾਇਆਂ 'ਤੇ ਗਿਣਤੀ ਨਹੀਂ, ਅਤੇ ਆਪ ਸਾਰੇ ਅੱਖਾਂ ਨਾਲ ਦੇਖਦੇ ਹੀ ਆ। ਇਹ ਲੰਗਰ ਬਾਬਾ ਵੀਰ ਸਿੰਘ ਦਾ ਹੀ ਆ ਨਾ। ਜਿਹੜੇ ਮਹਾਰਾਜ ਦੀ ਬਰਸੀ ਹੁੰਦੀ, ਕਈ ਵਾਰੀ 21 ਮਣ ਲੂਣ ਵੀ ਇੱਥੇ ਲੱਗਿਆ। ਗੱਜ ਕੇ ਬੋਲੋ, ਬਰਕਤ ਉਹੀ ਆ ਰਹੀ ਹੈ, ਕੋਈ ਫਰਕ ਨਹੀਂ। ਉਹੀ ਜੋਤ ਹੈ, ਉਹੀ ਬਰਕਤ ਹੈ। ਕਿਉਂਕਿ ਜਿਹਨੇ ਸਮਝ ਲਿਆ, ਜਿਨ ਸਮਝੇ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਜਿਹਨੇ ਤਾਂ ਸਮਝਿਆ ਵੀ ਉਹੀ ਹੈ, ਉਹ ਬਰਕਤਾਂ ਲਈ ਜਾਂਦੇ ਆ। ਔਰ ਬਾਬਾ ਜੀ ਮਹਾਰਾਜ ਦਾ ਇਤਿਹਾਸ ਤਾਂ ਬਹੁਤ ਵੱਡਾ ਹੈ। 1839 ਵਿੱਚ ਮਹਾਰਾਜ ਰਣਜੀਤ ਸਿੰਘ ਮਹਾਰਾਜਾ ਖੜਕ ਸਿੰਘ ਨੂੰ ਵਾਰਸ ਬਣਾ ਕੇ ਆਪ ਚਲੇ ਗਏ। ਬਾਬਾ ਸਾਹਿਬ ਬੇਦੀ ਨੇ ਬਚਨ ਕੀਤਾ ਸੀ ਕਿ ਜਦੋਂ ਮੈਂ ਸਰੀਰ ਤਿਆਗਾਂਗਾ, ਦੇਸ਼ ਵਿੱਚ ਅਰਾਜਕਤਾ ਫੈਲ ਜਾਏਗੀ। ਜਦੋਂ ਵੀਰ ਸਿੰਘ ਤੂੰ ਸਰੀਰ ਤਿਆਗੇਗਾ, ਧੁੰਦੂਕਾਰ ਪੈ ਜਾਏਗਾ, ਧੁੰਦੂਕਾਰ ਛਾ ਜਾਏਗਾ। ਉਹੀ ਕੁਝ ਹੋਇਆ। ਹੁਣ ਡੋਗਰਿਆਂ ਦੀ ਅਤੇ ਸੰਧਾਂ ਵਾਲਿਆਂ ਦੀ ਖਾਨਾ ਜੰਗੀ ਚੱਲ ਪਈ। ਉਹਦੇ 'ਚ ਉਹਨਾਂ ਦੇ ਸਿਰ ਵੱਢ, ਉਹਨਾਂ ਦੇ ਵੱਢ। ਕਸੂਰਵਾਰ ਸੰਧਾਂ ਵਾਲੀਏ ਵੀ ਉਨੇ ਹੀ। ਦੇਖੋ ਮਹਾਰਾਜਾ ਸ਼ੇਰ ਸਿੰਘ ਖੇਡਾਂ ਕਰਵਾ ਰਿਹਾ ਸੀ, ਅਤੇ ਅਜੀਤ ਸਿੰਘ ਨੇ ਆ ਬੰਦੂਕ ਲਿਆ। ਸ਼ੇਰ ਸਿੰਘ ਔਰ ਉਹਦੇ ਪੁੱਤਰ ਪ੍ਰਤਾਪ ਸਿੰਘ ਨੂੰ ਕਿਵੇਂ ਮਾਰਿਆ, ਘਾਟੇ ਨਹੀਂ ਵੀ ਨਹੀਂ ਕੀਤੀ। ਇਹ ਬੜਾ ਲੰਬਾ ਇਤਿਹਾਸ ਹੈ। ਅਤੇ ਬਾਬਾ ਜੀ ਮਹਾਰਾਜ 2 ਨਿਸ਼ਾਨ ਸਾਹਿਬ ਜਿਹੜੇ ਗਿਰ ਗਏ ਸੀ, ਪਹਿਲਾਂ ਚੀਲ ਜਾਂ ਦਿਆਰ ਦੀ ਲੱਕੜ ਦੇ ਹੁੰਦੇ ਸੀ। ਕਹਿੰਦੇ ਮਹਾਰਾਜ ਕਹਿੰਦੇ ਸਿੱਖ ਦਾ ਸਿਤਾਰਾ ਡਿੱਗ ਪਿਆ, ਆਹ ਜੁਗਤੀ ਕਰਾਂਗੇ ਅਤੇ ਮਹਾਰਾਜ ਮਿਹਰ ਕਰਨਗੇ। ਬਸ ਇਹਨਾਂ ਦੁਸ਼ਟਾਂ ਨੇ ਪ੍ਰਚਾਰ ਇਹ ਕੀਤਾ ਕਿ ਸਾਧ ਫਿੱਟ ਗਿਆ ਹੈ, ਚੇਲੇ ਬਹੁਤ ਵੱਧ ਗਏ ਹਨ, ਹੁਣ ਖਾਣ ਨੂੰ ਦੇ ਨਹੀਂ ਸਕਦਾ, ਸਾਨੂੰ ਡਰਾ ਕੇ ਰਸਤਾਂ ਲੈਣੀਆਂ ਚਾਹੁੰਦਾ ਹੈ। ਜਿਹਨੂੰ ਨੌਕਰੀ ਨਾ ਮਿਲੇ ਬਾਬਾ ਵੀਰ ਸਿੰਘ ਹੋ, ਜਿਹਨੂੰ ਮੁਕੱਦਮਾ ਪੈ ਜਾਏ ਤੰਬੂ ਲਿਖ ਦੇਣ, ਮਹਾਰਾਜਾ ਸਤਿਕਾਰ ਪਿਆਰ ਕਰਨ। ਅੱਜ ਐਸੀ ਹਵਾ ਚੱਲੀ, ਬਸ ਮਾਰ ਲਓ ਮਾਰ ਲਓ, ਇੱਕੋ ਹੀ ਗੱਲ ਫੜ ਲਈ ਲੋਕਾਂ ਨੇ। ਅਤੇ ਸਾਧ ਸੰਗਤ ਜੀ, ਦੁਨੀਆ ਇਸ ਤਰ੍ਹਾਂ ਦਾ ਹਾਲ ਆ, ਸਭ ਪਰਉਪਕਾਰ ਭੁਲਾ ਦਿੱਤੇ ਲੋਕਾਂ ਨੂੰ। ਐਸਾ ਗਲਤ ਪ੍ਰਚਾਰ ਹੋਇਆ। ਅਤੇ ਬਾਬਾ ਜੀ ਮਹਾਰਾਜ ਪ੍ਰਤੀ ਕਹਿੰਦੇ ਵੀ ਜੇ ਦੇਗ ਪੁਰਾਣੀ ਬਦਲ ਦਿੱਤੀ ਹੈ, ਅਤੇ ਕੜਛਾ ਹੁਣ ਪੁਰਾਣਾ ਕਰ ਲਿਓ ਵੀ ਨਵਾਂ। ਗਾਂ ਸਿੰਘ ਮਾਰਨਾ ਵੀ ਸਿੰਘ ਭੰਨ ਦੇਣੇ ਚਾਹੀਦੇ ਆ। ਇਹ ਬਾਬਾ ਜੀ ਵਾਸਤੇ ਲੋਕਾਂ ਦੇ ਉਸ ਵੇਲੇ ਬਚਨ ਹੈ। ਹੀਰਾ ਸਿੰਘ ਡੋਗਰੇ ਕੋ ਖਜ਼ਾਨਾ ਸੀ। ਪਹਿਲਾਂ ਪਠਾਣਾਂ ਦੀ ਫੌਜ ਨੂੰ ਕਿਹਾ ਵੀ ਹਮਲਾ। ਬਾਬਾ ਜੀ ਨਰੰਗਾਬਾਦ ਛੱਡਤਾ, ਪਿੰਡਾਂ ਨੂੰ ਛੱਡ ਕੇ ਹਰੀ ਕੇ ਪੱਤਨ ਦਰਿਆ ਮੁੱਠਿਆਂ ਵਾਲੇ ਚਲੇ ਗਏ ਵੇ ਇਹ ਨਹੀਂ ਹੁਣ ਟਲਣਾ ਤੇ ਹੈ ਨਹੀਂ। ਮੇਰੇ ਪਿੱਛੇ ਜਨਰਲ ਪਬਲਿਕ ਜਾਂ ਧਰਮ ਸਥਾਨਾਂ ਦਾ ਨੁਕਸਾਨ ਨਾ ਹੋਵੇ। ਦੇਖੋ ਬਾਬਾ ਜੀ ਦੂਰ ਅੰਦੇਸ਼ੀ ਕਿੰਨੀ ਆ। ਇਹ ਸਾਡੇ ਪਿੱਛੇ ਧਰਮ ਸਥਾਨਾਂ ਦਾ, ਪਬਲਿਕ ਦਾ ਨੁਕਸਾਨ ਨਾ ਹੋਵੇ। ਦਰਿਆ ਕਿਨਾਰੇ ਚਲੇ ਗਏ, ਬਿਆਸ ਤੇ ਸਤਲੁਜ। ਪਠਾਣਾ ਨੇ ਕਿਹਾ ਸਾਨੂੰ ਜਿੱਧਰ ਮਰਜ਼ੀ ਭੇਜ ਦਿਓ, ਅਸੀਂ ਸੰਤ 'ਤੇ ਹਮਲਾ ਨਹੀਂ ਕਰਨਾ, ਇਹ ਪਾਪ ਨਹੀਂ ਕਰਨਾ। ਅਤੇ ਸਾਡੀਆਂ ਇਹ ਫੌਜਾਂ ਹੀਰਾ ਸਿੰਘ ਨੇ
ਮੋਹਰ ਰੁਪਈਏ ਦਾ ਲਾਲਚ ਦੇਤਾ ਅਤੇ ਤੋਪਾਂ ਚੱਲ ਪਈਆਂ ਲਾਹੌਰ ਤੋਂ, ਜਿਹੜੀਆਂ ਮੁਲਤਾਨ ਫਤਿਹ ਕਰਨ ਲਈ ਪਸ਼ਾਵਰ, ਜੰਮੂ ਕਸ਼ਮੀਰ, ਅੱਜ ਉਹ ਸੰਤਾਂ ਦੇ ਡੇਰੇ ਦੇ ਉੱਪਰ ਹਮਲਾ ਕਰਨ ਤੁਰ ਪਈਆਂ। ਜਿਹੜੇ ਸੰਤ ਦੇ ਗੁਰੂ ਨੇ ਖਾਲਸਾ ਰਾਜ ਦਿੱਤਾ ਸੀ, ਉਸ ਮਹਾਂਪੁਰਖ ਵੱਲ ਨੂੰ ਬਾਬਾ ਜੀ ਕੋ ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਕੁਝ ਸੰਧਾਂ ਵਾਲੀਏ ਆ ਗਏ। ਬਾਬਾ ਜੀ ਨੇ ਕਿਹਾ ਤੁਸੀਂ ਸਤਲੁਜ ਪਾਰ ਚਲੇ ਜਾਓ, ਇਹ ਤਾਂ ਫਕੀਰਾਂ ਦਾ ਸਥਾਨ ਆ। ਉਹ ਮੰਨੇ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਮੰਨਦੇ ਹਾਂ, ਇਹ ਬੰਦੇ ਫੜਾ ਦਿਓ ਇਹਨਾਂ ਦੀ ਬਾਂਹ। ਬਾਬਾ ਜੀ ਕਹਿੰਦੇ ਸਿੱਖ ਰਾਜ ਦੇ ਵਫਾਦਾਰ ਰਹੇ, ਕਿਵੇਂ ਫੜਾਈਏ, ਕੋਈ ਬਾਂਹ ਫੜਨ ਜੋਗਾ ਵੀ ਹੋਵੇ। ਕਹਿੰਦੇ ਨਹੀਂ, ਫੌਜ ਆਈ ਤੇ ਆਈ। ਉਸ ਵੇਲੇ ਬਾਬਾ ਮਹਾਰਾਜ ਸਿੰਘ 50 ਲੰਗਰੀਆਂ ਨਾਲ ਲੰਗਰ ਤਿਆਰ ਕਰ ਰਹੇ ਸੀ, ਤਰ੍ਹਾਂ ਤਰ੍ਹਾਂ ਦੇ ਪਕਵਾਨ। ਬਾਬਾ ਖੁਦਾਰ ਸਿੰਘ ਜੀ ਮਹਾਰਾਜ ਉਸ ਵੇਲੇ ਇੱਧਰ ਖਡੂਰ ਸਾਹਿਬ ਦੇ ਇਲਾਕੇ 'ਚ ਸੀ। ਉਹਨਾਂ ਨੂੰ ਬੁਲਾਵਾ ਭੇਜਿਆ, ਉਹ ਆਏ ਨਹੀਂ। ਕਹਿੰਦੇ ਅੱਜ ਤੱਕ ਬਚਨ ਨਹੀਂ ਮੋੜਿਆ, ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰੋ। ਅਤੇ ਬਾਬਾ ਜੀ ਹਾਜ਼ਰ ਹੋ ਗਏ। ਕਹਿਣ ਲੱਗੇ ਕੀ ਗੱਲ ਆਏ ਨਹੀਂ? ਕਹਿੰਦੇ ਤੁਸੀਂ ਤੋਪਾਂ ਦੇ ਗੋਲਿਆਂ ਨਾਲ ਸਰੀਰ ਅੜਾਓ ਅਤੇ ਅਸੀਂ ਮਹੰਤੀਆਂ ਕਰੀਏ। ਕਹਿੰਦੇ ਦੇਖੋ ਸਾਡਾ ਸੰਤ ਕਿੰਨਾ ਅੰਤਰਜਾਮੀ। ਇਹਨਾਂ ਨੂੰ ਸਾਰਾ ਕੁਝ ਦ੍ਰਿਸ਼ਟਮਾਨ ਹੋ ਰਿਹਾ। ਕਹਿਣ ਲੱਗੇ ਖੁਦਾ ਸਿੰਘ, ਤੈਨੂੰ ਇਹ ਬ੍ਰਹਮ ਗਿਆਨ ਦਿੱਤਾ ਕਿ ਅਸੀਂ ਸਰੀਰ ਹਾਂ ਜਾਂ ਆਤਮਾ ਹਾਂ। ਅਤੇ ਸਾਧ ਸੰਗਤ ਜੀ ਇੱਧਰ ਫੌਜਾਂ ਚੜ੍ਹ ਪਈਆਂ ਅਤੇ ਬਾਬਾ ਜੀ ਪਲੰਘ 'ਤੇ ਚੌਂਕੜਾ ਲਾ ਕੇ ਬੈਠੇ ਆ। ਚੌਰ ਹੋ ਰਿਹਾ, ਠਾਹ ਠਾਹ ਗੋਲੇ। ਕੋਈ ਸੁਖਮਣੀ ਪੜ੍ਹ ਰਿਹਾ, ਕੋਈ ਮਾਲਾ ਫੇਰ ਰਿਹਾ, ਰਾਗੀ ਆਸਾ ਦੀ ਵਾਰ। ਇੱਧਰ ਮਹਾਰਾਜ ਸਿੰਘ ਲੰਗਰ ਤਿਆਰ ਕਰ ਰਿਹਾ, ਕੋਈ ਦੱਖਣੀ ਓਂਕਾਰ, ਕੋਈ ਸਿੱਧ ਗੋਸ਼ਟ ਬਾਵਨ ਅਕਰੀ। ਬਸ ਉੜ ਰਹੀਆਂ ਸੰਗਤਾਂ ਜਿਵੇਂ ਗੜੇ ਪੈਂਦੇ ਆ। ਜ਼ਿਮੀਦਾਰ ਕਰ ਕੁਝ ਨਹੀਂ ਸਕਦਾ, ਭਾਣਾ ਮੰਨਣਾ ਪੈਂਦਾ। ਪਰ ਕੋਈ ਵੀ ਹਿੱਲਿਆ ਨਹੀਂ। ਟੇਕ ਸਿੰਘ ਕਿੱਥੇ ਹੋ ਗਏ ਜੀ? ਉੱਥੇ ਬੈਠਾ। ਕਹਿੰਦੇ ਗ੍ਰਸਤੀਆਂ ਦੇ ਨਿਆਣੇ ਲੋਕਣ, ਇਹ ਕਿਉਂ? ਜਾਰੀ ਪਰਖੇ ਜਾਰਾਂ ਦੀ ਜਾਂ ਮਾਰ ਪਏ ਤਲਵਾਰਾਂ ਦੀ। ਕਸ਼ਮੀਰਾਂ ਪਿਸ਼ੌਰਾ ਕਹਿੰਦੇ ਮਾਰੋ ਭੱਜ ਗਏ। ਪਾਤਸ਼ਾਹ ਕਹਿੰਦੇ ਮੂਸਾ ਭੱਜਾ ਮੁੱਤੇ ਅੱਗੇ ਮੌਤ ਖੜੀ। ਅਤੇ ਜਿਹੜੇ ਜਾਲ ਸਾਧਕ ਰਾਗੀ ਸੀ ਕੀਰਤਨ, ਕਹਿੰਦੇ ਮਾਰਾ ਬੁਰਸ਼ੇ ਸਾਜ ਖੋਹ ਕੇ ਲੈ ਗਏ। ਕਹਿੰਦੇ ਤੁਹਾਤੋਂ ਸ਼ਬਦ ਥੋੜ੍ਹੀ ਖੋਹ ਲਿਆ, ਮੂੰਹ ਜਵਾਨੀ ਕਰੀ ਜਾਓ। ਉੱਥੇ ਮਾਰੂ ਰਾਗ ਦੇ ਸ਼ਬਦ ਪੜ੍ਹਾਏ, ਖੁੱਲਿਆ ਕਰਮ ਕਿਰਪਾ ਪੇਠਾ। 17 ਗੋਲੇ ਵੱਜੇ, ਸਰੀਰ ਛਾਨੀ ਛਾਨੀ ਹੋ ਗਿਆ। ਭਾਈ ਸ਼ਮੀਰ ਸਿੰਘ ਆਏ, ਮਹਾਰਾਜ ਤੁਸੀਂ ਧੰਨ ਆ। ਕਹਿੰਦੇ ਤੂੰ ਵੀ ਧੰਨ ਆ ਜਿਹੜਾ ਕਸ਼ਟ ਵਿੱਚ ਮਿਲਣ ਤੋਂ ਆ। ਸੰਤ ਸਹੇਲ ਸਿੰਘ ਮਾਲੂ ਵਾਲੀਏ ਸ਼ਹੀਦ ਹੋਏ। ਬਸ ਦੇਖਿਆ ਵੀ ਮੋਹਰਿਓਂ ਤਾਂ ਕੋਈ ਵਾਰ ਹੋਇਆ ਨਹੀਂ। ਸ਼ਰਨਾਰਥੀ ਦੇਣੇ ਨਹੀਂ, ਆਪਣਿਆਂ 'ਤੇ ਵਾਰ ਨਹੀਂ ਕਰਨਾ, ਆਪਾਂ ਵਾਰ ਦੇਣਾ। ਹੁਣ ਕਹਿੰਦੇ ਕੀ ਹੋਇਆ? ਗੁਰੂ ਕੀ ਮਾਰੀਆਂ ਫੌਜਾਂ, ਖੂਹਾਂ ਤੋਂ ਲੋਕਾਂ ਨੇ ਲੱਜ ਡੋਲ ਚੁੱਕ ਲੈ। ਇਹ ਪਾਣੀ ਪੀਣ ਦੇ ਵੀ ਅਧਿਕਾਰੀ ਨਹੀਂ, ਜਿਹਨੂੰ ਗੁਰੂ ਦੀ ਫੌਜ ਕਹਿੰਦੇ ਸੀ। ਇੱਧਰ ਬਾਬਾ ਜੀ ਦਾ ਪਲੰਘ ਜਲ ਪ੍ਰਵਾਹ ਕੀਤਾ ਗਿਆ, ਫੱਟੜ ਸੰਭਾਲੇ, ਬਾਕੀਆਂ ਦੇ ਜਲ ਪ੍ਰਵਾਹ ਕੀਤੇ। ਬਾਬਾ ਜੀ ਕਹਿੰਦੇ ਸ਼ਾਮ ਸਿੰਘ ਨਹੀਂ ਆਇਆ, ਸੱਚਾ ਸੀ ਆ ਜਾਂਦਾ ਨਾਲ ਹੀ ਲੈ ਜਾਂਦਾ। ਕਹਿੰਦੇ ਜਿਹੜਾ ਸਿੱਖ ਹੋ ਕੇ ਸਿੱਖ ਤੇ ਵਾਰ ਕਰੂ 9 ਜਨਮ ਭੂਤ ਬਣੇਗਾ। ਜਿਹੜਾ ਹੁਕਮ 'ਚ ਰਹੇਗਾ ਉਹਦੇ ਲਈ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ। ਅਤੇ ਗੰਡਾ ਸਿੰਘ ਮੇਸਤਰੀ ਨੂੰ ਦਰਸ਼ਨ ਹੋਏ ਕਿ ਸਾਡਾ ਪਲੰਘ ਉੱਥੇ ਝਾੜਾਂ 'ਚ ਰੁਕਿਆ ਹੈ। ਇੱਕ ਨਿਹੰਗ ਸਿੰਘ, ਦੇਖੋ ਜੇ ਡੇਰੇ ਵਿੱਚ ਹੁੰਦੇ ਚੰਦਨ ਦੀਆਂ ਲੱਕੜਾਂ, ਘਿਓ, ਸਮੱਗਰੀ, ਕਿੰਨੇ ਸਤਿਕਾਰ ਨਾਲ। ਪਰਮੇਸ਼ਰ ਦੀ ਲੀਲਾ ਕੈਸੀ।
ਪੁਰਾਣੀਆਂ ਬੇੜੀਆਂ ਤੋੜ ਕੇ ਉਹਨਾਂ ਦੀ ਚੇਖਾ ਬਣਾ ਕੇ ਮਹਾਰਾਜ ਦੀ ਕਿਰਿਆ ਕੀਤੀ ਗਈ। ਔਰ ਅਸਥੀਆਂ ਗਾਗਰ ਵਿੱਚ ਪਾ ਕੇ ਸਰਦਾਰ ਹਰੀ ਸਿੰਘ ਦੇ ਪੁੱਤਰ ਜਵਾਹਰ ਸਿੰਘ ਦੇ ਘਰ ਗਏ। ਰੋ ਪਏ, ਕਹਿੰਦੇ ਬਾਬਾ ਜੀ ਨੇ ਜਿਹਨੂੰ ਨਾਲ ਲਿਜਾਣਾ ਸੀ ਲੈ ਗਏ। ਅਸੀਂ ਕਹਿੰਦੇ ਰਹਿ ਗਏ। ਕਹਿੰਦੇ ਬਾਬਾ ਜੀ ਨੇ ਅੱਜ ਇਸੇ ਰੂਪ ਵਿੱਚ ਸਾਡੇ ਕੋਲ ਆਉਣਾ ਸੀ। ਭਭੂਤੀ ਜਿਹੜੀ ਸੀ ਉਹ ਸੇਵਾਦਾਰ ਜਗ੍ਹਾ ਬਜਗ੍ਹਾ ਲਗਾਏ, ਉਹਨੇ ਉੱਥੇ ਬਾਬਾ ਜੀ ਦੀ ਭਭੂਤੀ ਧਰਤੀ ਬੁਰਦ ਕਰਕੇ ਦਮਦਮੇ ਬਣਾਏ। ਉਹ ਬਾਬਾ ਜੀ ਦੇ ਦਮਦਮੇ ਅਸਥਾਨ ਵੱਜਦੇ ਆ। ਇਹ ਸਾਕਾ ਮੁੱਠਿਆਂ ਵਾਲੇ ਵਰਤਿਆ। ਉਹ ਚਤਹੀ, ਉਹ ਕਸ਼ਹਿਰਾ, ਉਹ ਸ੍ਰੀ ਸਾਹਿਬ ਅਤੇ ਮਹਾਰਾਜ ਦਾ ਛੋਟੇ ਆਕਾਰ ਦਾ ਸਰੂਪ ਗਾਤਰਾ, ਇਹ ਚੀਜ਼ਾਂ ਮੌਜੂਦ ਹੈ। ਉਹ ਕਸ਼ਹਿਰੇ ਵਿੱਚ ਬਾਬਾ ਜੀ ਨੇ ਦਰਸ਼ਨ ਕੀਤੇ ਆ। ਤੋਪ ਦਾ ਗੋਲਾ ਲੰਘਿਆ, ਮਗੋਰਾ ਹੋਇਆ ਹੋਇਆ, ਖੂਨ ਦੇ ਛਿੱਟੇ। ਬ੍ਰਹਮ ਗਿਆਨੀ ਕਹਿ ਧੀਰੇ ਜੇਖ, ਧਰਤੀ ਹਿਲ ਜਾਂਦੀ ਭੁਚਾਲਾਂ ਨਾਲ, ਪਰ ਧੰਨ ਮਹਾਂਪੁਰਖ ਧੰਨ ਸੰਤ ਜਨ ਐਸੀ ਜਾਨੀ, ਤਿਨ ਕੋ ਮਿਲਵੋ ਸਾਰਗ ਪਾਨ। ਸੋ ਸਾਧ ਸੰਗਤ ਜੀ, ਅੱਜ ਬਾਬਾ ਵੀਰ ਸਿੰਘ ਦੇ ਜੀਵਨ ਤੋਂ ਸਿੱਖਿਆ ਲਈਏ। ਅੱਜ ਸਿੱਖ ਕੌਮ 'ਚ ਇੰਨੀ ਖਾਨਾ ਜੰਗੀ ਛਿੜੀ ਹੋਈ ਹੈ। ਕੋਈ ਗੁਰਬਾਣੀ 'ਤੇ ਕਿੰਤੂ ਕਰ ਰਿਹਾ, ਕੋਈ ਕਕਾਰਾਂ 'ਤੇ ਕਰ ਰਿਹਾ, ਕੋਈ ਨਿਤਨੇਮ 'ਤੇ ਕਰ ਰਿਹਾ, ਕੋਈ ਦਸਮ ਦੀ ਬਾਣੀ, ਕੋਈ ਸਾਧੂ ਸੰਤਾਂ ਦੇ ਖੰਡਣ ਮੰਡਣ 'ਚ ਲੱਗਿਆ। ਬਸ ਉਹ ਠੂਹਿਆਂ ਵਾਲੀ ਗੱਲ ਆ। ਪੁੱਛਿਆ ਵੀ ਜਹੇਦਾਰ ਕਿਹੜਾ? ਕਹਿੰਦੇ ਪੂਛੀ ਹੱਥ ਲਾ ਲਓ, ਜਿਹਦੇ ਲਾਏ ਉਹ ਡੰਗ ਮਾਰੇ। ਕੱਲਾ ਕੱਲਾ ਆਪਣੀ ਚੌਧਰ ਬਣਾਈ ਫਿਰਾ ਕਿ ਮਹਾਂਪੁਰਖਾਂ ਨੇ ਇਹ ਸਾਰਾ ਕੁਛ ਆਪਣੇ 'ਤੇ ਹੰਢਾ ਲਿਆ, ਲੇਕਿਨ ਭਰਾ ਮਾਰੂ ਜੰਗ ਨਹੀਂ ਕਰਾਈ। ਇਹ ਅੱਗ ਹੁੰਦੀ ਚੁੱਲ੍ਹੇ ਦੀ, ਥੋੜ੍ਹਾ ਪਾਣੀ ਪਾਈਏ ਬੁੱਝ ਜਾਂਦੀ ਹੈ। ਇੱਕ ਸਾਧ ਸੰਗਤ ਜੀ, ਰੱਬ ਨਾ ਕਰੇ ਕਿਤੇ ਮਹੱਲੇ ਫਾਇਰ ਬ੍ਰਿਗੇਡ ਸਹਾਇਤਾ ਕਰਦਾ ਹੈ, ਜੰਗਲ 'ਚ ਲੱਗ ਜਾਏ, ਦਾਵਾ ਅਗਨੀ ਕਹਿੰਦੇ ਮੀਂਹ ਪੈ ਜਾਏ, ਬੜਵਾ 999 ਦਰਿਆ ਨਾ ਸ਼ਾਂਤੀ, ਜਿਹੜੀ ਜ਼ੁਲਮ ਦੀ ਆਗਿਆ ਨਾ, ਇਹ ਪਾਣੀਆਂ ਨਾਲ ਨਹੀਂ ਬੁਝਦੀ, ਇਹ ਸ਼ਹੀਦਾਂ ਦੇ ਖੂਨ ਨਾਲ ਬੁਝਦੀ ਹੈ। ਸੋ ਸਾਧ ਸੰਗਤ ਜੀ, ਇਹ ਸਾਕਾ ਅੱਜ ਹੁਣ ਬੜਾ ਪ੍ਰਚਾਰ ਹੁੰਦਾ, ਗੁਰੂ ਗ੍ਰੰਥ ਸਾਹਿਬ ਸੰਤ ਅਖਰੇ ਹੈ ਨਹੀਂ, ਇਹ ਗੁਰੂਆਂ ਲਈ ਹੈ। ਸੰਤ ਅਤਰ ਮਸਤ ਹੋਣੇ, ਪਹਿਲਾਂ ਕੋਈ ਸੰਤ ਨਹੀਂ ਹੋਇਆ, ਇਹ ਅੰਗਰੇਜ਼ਾਂ ਨੇ ਨਾਂ ਪੈਦਾ ਕੀਤੇ ਆ। ਹੁਣ ਇੱਕ ਸ਼ਾਹ ਮੁਹੰਮਦ ਮੁਸਲਮਾਨ ਕਵੀ ਹੋਇਆ, ਉਹ ਲਿਖਦਾ, ਵੀਰ ਸਿੰਘ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਇਹ ਕਿਹਦੇ ਲਈ ਲਿਖਿਆ? ਐਸੀ ਉੱਠੀ ਹਵਾ ਚੱਲੀ ਹੈ। ਉਹ ਪਾਪ ਅਸੀਂ ਹਾਲੇ ਬਖਸ਼ਾਇਆ ਨਹੀਂ, ਗਾਂਹ ਦੇ ਗਾਂਹ ਹੋਰ ਕਰੀ ਜਾਂਦੇ ਹਾਂ। ਇਸ ਪਾਪ ਦਾ ਹਾਲੇ ਤੱਕ ਪ੍ਰਾਸ਼ਚਿਤ ਨਹੀਂ ਹੋਇਆ। ਆਸਟ੍ਰੇਲੀਆ 'ਚ ਬੇਨਤੀ ਕੀਤੀ, ਉੱਥੇ ਦੀ ਸੰਗਤ ਨੇ 7000 ਸਹਿਜ ਪਾਠ ਕੀਤਾ। ਸੁਖਮਣੀ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਗੁੰਬਦ ਸਾਹਿਬ ਆ, ਉੱਥੇ ਉਹਨਾਂ ਨੇ ਅਖੰਡ ਪਾਠ ਰੱਖ ਕੇ ਪ੍ਰਾਸ਼ਚਿਤ ਲਈ ਅਰਦਾਸ ਕੀਤੀ। ਅਤੇ ਸਾਡੀ ਜ਼ਿੰਮੇਵਾਰ ਸੰਸਥਾ ਜਹੇਦਾਰਾਂ ਨਾਲ ਵੀ ਵਿਚਾਰ ਕਰਦੇ ਰਹੇ ਹਾਂ ਕਿ ਸਾਡੀ ਕੌਮ ਨੇ ਉਦੋਂ ਤੱਕ ਤਰੱਕੀ ਨਹੀਂ ਕਰਨੀ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਇਸ ਪਾਪ ਦਾ ਪੰਥਕ ਤੌਰ 'ਤੇ ਪ੍ਰਾਸ਼ਚਿਤ ਨਹੀਂ ਕੀਤਾ ਜਾਂਦਾ। ਪ੍ਰਾਸ਼ਚਿਤ ਇੱਥੇ ਵੀ ਕਰ ਸਕਦੇ ਹਾਂ, ਉਹਨਾਂ ਦੇ ਸਥਾਨ ਆ, ਪਰ ਇਹ ਕੌਮੀ ਬੜੀ ਭਾਰੀ ਗਲਤੀ ਹੋਈ ਹੈ। ਪਤਾ ਨਹੀਂ ਸਾਨੂੰ ਮਹਾਰਾਜ ਕਦੋਂ ਸੋਝੀ ਦੇਣਗੇ, ਕਿਉਂਕਿ ਹੀਰਾ ਸਿੰਘ ਨੇ ਕੀਤਾ, ਫੌਜਾਂ ਨੇ ਕਹੀ ਤਾਂ ਗਲਤ ਕੀਤਾ, ਬਗਾਵਤ ਪੈ ਗਈ, ਮਗਰ ਭੱਜ ਪੈ, ਇਹਨੂੰ ਸ਼ਾਹ ਬੁਲਾਵਲ ਦੇ ਮਕਾਨ 'ਤੇ ਘੇਰ ਲਿਆ, ਫੜ ਲਿਆ, ਇਹਦੇ ਸੀਟ ਦੇ ਟੁਕੜੇ ਕਰਕੇ ਲਾਹੌਰ ਦੇ ਸੰਮਣ ਬੁਰਜਾਂ 'ਤੇ ਟੰਗੇ ਗਏ, ਗੰਦੀਆਂ ਨਾਲੀਆਂ ਵਿੱਚ ਸੁੱਟੇ ਗਏ। ਸੰਤ ਕਾ ਦੋਖੀ ਮਹਾ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਸੰਤ ਕਾ ਦੋਖੀ ਰਾਜ ਤੇ ਹੀਨ,
ਸੰਤ ਕਾ ਦੁਖੀ ਦੁਖੀਆ ਅਰ ਦੀਨ। ਇੱਧਰ ਗੋਰੇ ਦੇਖਦੇ ਸੀ ਕਿ ਸਾਡਾ ਯੂਨੀਅਨ ਜੈਕ ਝੁੱਲ ਰਿਹਾ, ਸਾਡੇ ਰਾਜ ਸੂਰਜ ਨਹੀਂ ਛਿਪਦਾ। ਏਕਾ ਖਾਲਸੇ ਦਾ ਰਾਜ ਆ। ਜਦੋਂ ਤੱਕ ਸਾਡੇ ਰਾਜ ਵਿੱਚ ਸਮਿਲਿਤ ਨਹੀਂ ਹੁੰਦਾ, ਅਸੀਂ ਸਮਝਦੇ ਸਾਡਾ ਰਾਜ ਅਧੂਰਾ। ਅਤੇ ਬਾਬਾ ਵੀਰ ਸਿੰਘ, ਉਹਨਾਂ ਦੇ ਬਜ਼ੁਰਗਾਂ ਨੇ ਬੂਟਾ ਲਾਇਆ ਸੀ, ਆਪਣਾ ਖੂਨ ਪਾ ਕੇ ਉਹਨੂੰ ਸੁਰੱਖਿਅਤ ਕਰਨਾ ਚਾਹੁੰਦੇ ਸੀ, ਪਰ ਦੁਸ਼ਟ ਝੌਂਕੜੀ ਨੇ ਸਮਝਿਆ ਨਹੀਂ। ਉਹਦਾ ਖਮਿਆਨਾ ਅੱਜ ਤੱਕ ਅਸੀਂ ਭੋਗ ਰਹੇ ਹਾਂ, ਭੋਗੀ ਜਾ ਰਹੇ ਹਾਂ। ਔਰ ਮਜ਼ਦੂਰ ਹੈਗੇ ਹਾਂ। ਸਾਡਾ ਆਪਣਾ ਕੋਈ ਦੇਸ਼, ਆਪਣਾ ਘਰ ਨਹੀਂ। ਮਜ਼ਦੂਰੀ ਕਰੀ ਚਲੋ, ਰੋਟੀ ਖਾਈ ਚਲੋ। ਛੋਟੇ ਛੋਟੇ ਦੇਸ਼ਾਂ ਦੇ ਆਪਣੇ ਰਾਜ ਸਮਾਜ ਬਣਿਆ ਬਣਾਇਆ ਸਾਰਾ ਕੁਛ ਰੋੜ ਲਿਆ। ਜਿਹੜੀ ਇੱਧਰ ਰਿਆਸਤਾਂ, ਉਹ ਕਹਿੰਦੇ ਰਣਜੀਤ ਸਿੰਘ ਨਾਲ ਰਲਦੇ ਆ, ਇਹ ਹੈਜਾ ਅਤੇ ਗੋਰੇ ਤਪ ਤੱਕਿਆ, ਅਤੇ ਸਾਹਿਬ ਹੌਲੀ ਹੌਲੀ ਮਰਾਂਗੇ। ਸੋ ਸਾਧ ਸੰਗਤ ਜੀ, ਕਿੰਨਾ ਬਾਬਾ ਸਾਹਿਬ ਕਿਰਪਾ ਨੇ 1,25,000 ਵਰਗ ਮੀਲ ਲੰਮਾ ਰਾਜ ਬਣਾਇਆ ਸੀ। ਫਿਰ ਇਸੇ ਮਹਾਂਪੁਰਖ ਬਾਬਾ ਖੁਦਾ ਸਿੰਘ, ਬਾਬਾ ਮਹਾਰਾਜ ਸਿੰਘ ਨੇ ਕਿੰਨੀ ਜਦੋਜਹਿਦ ਕੀਤੀ। ਅਤੇ ਅਸੀਂ ਸੰਤਾਂ ਦਾ ਇਤਿਹਾਸ ਨਹੀਂ ਪੜ੍ਹਦੇ ਕਿ ਇਹ ਸੰਪਰਦਾ ਦੇ ਮਹਾਂਪੁਰਖਾਂ ਨੇ ਕਿੰਨੀ ਘਾਲ ਘਾਲੀ, ਕਿੰਨੀਆਂ ਕੁਰਬਾਨੀਆਂ ਕੀਤੀਆਂ। ਛੋਟੇ ਮੂੰਹ ਨਾਲ ਨਿੰਦਿਆ ਕਰਨੀ ਬੜੀ ਸੌਖੀ ਹੈ, ਪਰ ਜੋ ਉਹ ਬਜ਼ੁਰਗ ਘਾਲਣਾ ਘਾਲ ਕੇ ਗਏ ਆ, ਉਹ ਉਹੀ ਕਰ ਗਏ। ਸੋ ਇਸ ਵਾਸਤੇ ਸਾਧ ਸੰਗਤ ਜੀ, ਬਾਬਾ ਜੀ ਮਹਾਰਾਜ ਹੁਣ ਆਪ ਜੀ ਨਾਲ ਕੀਰਤਨ ਬਖਿਆਨ ਦੁਆਰਾ ਇਹ ਸਾਰੇ ਪ੍ਰਸੰਗ ਸਰਵਣ ਕਰਾਉਣਗੇ। ਅੱਗੇ ਵੀ ਕਿਰਪਾ ਕਰਦੇ ਰਹਿੰਦੇ ਆ। ਅਤੇ ਅੱਜ ਕੁਦਰਤੀ ਇਹ ਬਾਬਾ ਜੀ ਦੀ ਸਾਲਾਨਾ ਇਹ ਯਾਦ ਦਾ ਸਮਾਂ ਹੈ। ਹੁਣ ਕੁਝ ਵਿਦਵਾਨ ਉੱਠੇ ਆ, ਜਿਹਨੇ ਬਾਬਾ ਵੀਰ ਸਿੰਘ ਬਾਰੇ, ਬਾਬਾ ਮਹਾਰਾਜ ਸਿੰਘ ਬਾਰੇ, ਪਹਿਲਾਂ ਬੰਦੇ ਬਹਾਦਰ ਦੀ ਵੀ ਨਿੰਦਿਆ ਹੀ ਹੋਈ ਗਈ, ਹੁਣ ਉਹਦੇ ਜਸ ਵਿੱਚ ਵੀ ਕਲਮਾਂ ਵਿਦਵਾਨਾਂ ਨੇ ਉਠਾਈਆਂ, ਅਸਲੀਅਤ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਮਹਾਂਪੁਰਖੋ ਦਇਆ ਕਰੋ, ਆਪਣੇ ਅਸਥਾਨਾਂ ਨਿਸ਼ਾਨਾਂ ਧਾਮਾਂ ਦੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ। ਸਾਰੀ ਕੌਮ ਨੂੰ ਮਹਾਰਾਜ ਸਮੱਤ ਬਖਸ਼ਣ ਕਿ ਅਸੀਂ ਰਲ ਮਿਲ ਕੇ ਚੱਲੀਏ। ਹੁਣ 550 ਸਾਲਾ ਨਨਕਾਣਾ ਅਤੇ ਸੁਲਤਾਨਪੁਰ ਲੋਧੀ ਪੰਥ ਵੱਲੋਂ ਮਨਾਇਆ ਜਾ ਰਿਹਾ, ਅਤੇ ਜੇ ਹੁਣ ਵੀ ਅਸੀਂ ਇਕੱਠੇ ਨਾ ਹੋਏ, 500 ਸਾਲੇ, 400, 300 ਸਾਲੇ ਮਨਾਏ ਆ। ਰੋਮਾਂ ਦੀ ਬੇਅਦਬੀ ਨਾ ਛੱਡੀ, ਨਸ਼ੇ ਨਾ ਛੱਡੇ, ਫੈਸ਼ਨ ਪ੍ਰਸਤੀ ਨਾ ਛੱਡੀ, ਅੰਮ੍ਰਿਤ ਛਕ ਗੁਰੂ ਵਾਲੇ ਨਾ ਬਣੇ। ਜਿਵੇਂ ਅੱਗੇ ਮਨਾਏ ਗਏ ਉਵੇਂ ਇਹ ਵੀ ਦਿਨ ਨਿਕਲ ਜਾਣੇ ਆ। ਲਾਭ ਤਾਂ ਹੀ ਆ ਜੇ ਗੁਰੂ ਮਹਾਰਾਜ ਦੇ ਅਸੂਲਾਂ ਨੂੰ ਅਪਣਾ ਕੇ ਤੁਰੀਏ। ਹੁਣ ਦੇਖੋ ਚੌਲ ਆ, ਉਹ ਬਣਾ ਲਈਏ, ਭੁੱਖ ਤਾਂ ਮਿਟਾ ਦੂਗਾ, ਬੀਜੀਏ ਉਹਨੂੰ ਜੰਮਣਾ ਨਹੀਂ। ਜੇ ਉੱਪਰ ਛਿੱਲੜ ਹੋਵੇ ਫੇਰ ਜੰਮੂਗਾ। ਇਸ ਤਰ੍ਹਾਂ ਜਿਹੜਾ ਬਾਣਾ ਆ, ਇਹਦੀ ਵੀ ਕੀਮਤ ਆ, ਬਾਣੀ ਦੀ ਵੀ, ਸਿਮਰਨ ਦੀ ਵੀ ਕੀਮਤ ਆ। ਅਤੇ ਜਿਨ੍ਹਾਂ ਮਹਾਂਪੁਰਖਾਂ ਨੇ ਇਹਨਾਂ ਵਿਚਾਰਾਂ ਨੂੰ ਸਮਝਿਆ ਸੀ, ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿਮਰਨ ਧਰਮ ਪ੍ਰਚਾਰ ਵਿੱਚ ਲਾਈ, ਅਤੇ ਟੌਹੜਾ ਸਾਹਿਬ ਨੂੰ ਇਹ ਬਚਨ ਕਹਿਣੇ ਪਏ ਸੀ ਕਿ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾ ਕਈ ਤਰ੍ਹਾਂ ਦੇ ਪ੍ਰੋਗਰਾਮ ਅਲੀਕੇ ਨਹੀਂ ਕਰ ਸਕਦੀਆਂ, ਉਹ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਰਕੇ ਦਿਖਾ ਗਏ। ਅਤੇ ਆਹ ਜਿਹੜੀ ਰਚਨਾ, ਇਹ ਲੋਹ ਪੁਰਸ਼ ਸੀ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਇਹ ਉਹਨਾਂ ਦੀ ਦੇਣ ਆ। ਬਿਲਡਿੰਗਾਂ, ਲੰਗਰ, ਮਾਲ ਢਾਂਡਾ। ਅੱਜ ਬਾਬਾ ਜੀ ਦੱਸਦੇ ਸੀ ਕਿ ਬਾਬਾ ਜੀ ਦੀਆਂ ਮੱਝਾਂ ਗਾਈਆਂ ਇਹੋ ਜਿਹੀਆਂ, ਅੱਜ ਕੱਲ੍ਹ ਗਰਮੀ ਲੋ ਬੜੀ ਪੈਂਦੀ ਹੈ, ਦੁੱਧ ਸੁੱਕ ਜਾਂਦੇ ਆ। ਕਈ ਆ ਕੇ ਕਹਿੰਦੇ ਵੀ ਆ ਸਾਡੀ ਮੱਝ ਦੁੱਧ ਨਹੀਂ ਦਿੰਦੀ, ਇੱਥੇ ਉਵੇਂ ਕਿਵੇਂ ਆ। ਮੈਂ ਕਿਹਾ ਵੀ ਇਹ ਜਿਹੜੀਆਂ ਮੱਝਾਂ ਗਾਈਆਂ ਨਾ, ਇਹ ਤਾਂ ਕਾਮ ਤੇ ਨਾ, ਇਹ ਧੰਨ ਧੰਨ ਬਾਬਾ ਕਰਮ ਸਿੰਘ ਦੇ ਚਰਨਾਂ 'ਚ ਇਹ ਵੀ ਭਲੇ ਲੈ ਆਏ ਹੋਏ। ਮਹਾਰਾਜ ਹਰਪਾਲ ਬੈਲ ਨੂੰ ਇੱਕ ਇੱਕ ਟੀਨ ਘਿਓ ਦਾ ਦਵਾਉਂਦੇ ਸੀ ਸਾਲ ਦਾ। ਇੱਕ ਵਾਰੀ ਸਾਧ ਕਹਿਣ ਲੱਗੇ, ਲਓ ਜੀ ਐਵੇਂ ਘਿਓ ਬਲਦਾਂ ਨੂੰ ਦਵਾਈ ਜਾਂਦੇ, ਉਹਨੇ ਬੰਦ ਕਰਤਾ, ਘਿਓ ਆਉਣਾ ਬੰਦ ਹੋ ਗਿਆ। ਇਹ ਮਹਾਂਪੁਰਖਾਂ ਕੋਲ ਗਏ ਡਮੇਲੀ, ਕਹਿੰਦੇ ਮਹਾਰਾਜ ਘਿਓ ਨਹੀਂ ਆਉਂਦਾ। ਕਹਿੰਦੇ ਤੁਸੀਂ ਬੇਜਵਾਨਿਆਂ ਦਾ ਬੰਦ ਕੀਤਾ, ਰੱਬ ਨੇ ਤੁਹਾਡਾ ਬੰਦ ਕਰਤਾ। ਅੱਜ ਅਸੀਂ ਇਹਨਾਂ ਗਊਆਂ 'ਤੇ ਕਿੰਨਾ ਜ਼ੁਲਮ ਕਰਦੇ ਹਾਂ।
ਇਹ ਸਾਨੂੰ ਦੁੱਧ ਜਲ ਪਾਣੀ ਕਿੰਨਾ ਕੁਛ, ਅਤੇ ਅਸੀਂ ਡੰਡੇ ਮਾਰ ਕੇ ਬੁੱਚੜਾਂ ਨੂੰ ਜਾਂ ਅਵਾਰਾ ਫਿਰਦੀਆਂ, ਕਹਿੰਦੇ ਫਸਲ ਉਜੜਦੀ ਹੈ, ਉਜਾੜਾ ਅਸੀਂ ਆਪੇ ਹੀ ਕਰਦੇ ਹਾਂ, 2 ਟੋਕਰੇ ਤੂੜੀ ਪਾਉਣੀ ਨਹੀਂ, ਸਾਰਾ ਹਾਰ ਉਜਾੜ ਲੈਣਾ। ਕੰਨਿਆਂ ਦਾ ਘਾਤ, ਗਊਆਂ ਦਾ ਘਾਤ, ਅਤੇ ਜਿਹੜਾ ਫੁੱਟ ਪਈ ਹੋਈ ਹੈ, ਇਹ ਬਹੁਤ ਨੁਕਸਾਨ ਹੋ ਰਹੇ ਆ। ਸੋ ਇਸ ਕਰਕੇ ਇਹ ਜਿਹੜੇ ਅਸਥਾਨ, ਇਹਨਾਂ ਅਸਥਾਨਾਂ ਨੇ ਸਭੇ ਸਾਂਝੀ ਬਾਲ ਸਦਾਇਨ, ਕੋਏ ਨਾ ਦਿਸੈ ਬਾਹਰਾ ਜੀ। ਇਹ ਟੌੜਾ ਸਾਹਿਬ ਨੂੰ 3 ਬਚਨ ਮਹਾਰਾਜ ਨੇ ਦਿੱਤੇ ਸੀ ਬਾਬਾ ਜੀ, ਜਦੋਂ ਪਹਿਲਾਂ ਢਾਡੀ ਸੀ। ਮਹਾਰਾਜ ਦੀ ਕਿਰਪਾ ਹੋਈ ਉਹਦੇ 'ਤੇ। ਕਹਿੰਦੇ ਇੱਕ ਤਾਂ ਤੇਰਾ ਨਿਤਨੇਮ ਨਾ ਘਟੇ, ਦੂਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਬਿਨਾਂ ਕਿਤੇ ਜਾਣਾ ਨਹੀਂ, ਤੀਜਾ ਬਚਨ ਦਿੱਤਾ ਸੀ ਤੇਰੀ ਜਾਇਦਾਦ ਘਟ ਜਾਵੇ ਵਧੇ ਨਾ। ਆਮ ਜਿਹੜੇ ਉਹਨਾਂ ਦੀ ਸੰਗਤ ਕਰਦੇ ਰਹੇ, ਪਤਾ ਹੀ ਹੈ, ਜਿਹੜੇ ਉਹਦਾ ਅੰਤ ਸਮਾਂ ਆਇਆ, ਕਹਿੰਦੇ ਕਿੰਨਾ ਰੁਪਈਆ? ਇਹ 4 ਲੱਖ। ਕਹਿੰਦੇ 2 ਲੱਖ ਘਰ ਵਾਲੀ ਨੂੰ ਦੇ ਦਿਓ, 2 ਵੰਡ ਦਿਓ, ਮੁਰਦੇ ਦੀ ਕਫਨ ਨੂੰ ਜੇਬ ਨਹੀਂ ਹੁੰਦੀ। ਟੌੜਾ ਸਾਹਿਬ ਕਹਿੰਦੇ ਇਹ ਕਿਰਪਾ ਕਿਸੇ ਨਾ ਕਿਸੇ ਸੰਤ ਦੀ ਹੁੰਦੀ ਆ, ਮਹਾਂਪੁਰਖ ਦੀ ਹੁੰਦੀ ਹੈ। ਪਰ ਜੇ ਪਿਛੋਕੜ ਬਾਚੀਏ, ਮਾਸਟਰ ਤਾਰਾ ਸਿੰਘ ਨੇ 40 ਸਾਲ ਅਕਾਲੀ ਦਲ ਦੀ ਪ੍ਰਧਾਨੀ ਕੀਤੀ, ਹਿੰਦੂ ਪਰਿਵਾਰ 'ਚੋਂ ਅੰਮ੍ਰਿਤ ਛਕਾ ਕੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਇੱਧਰ ਲਿਆਂਦਾ। ਹੋਰ ਵੀ ਬਹੁਤ ਮਿਸਾਲਾਂ ਹੈ। ਸੋ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ, ਡੇਰੇ ਦੇ ਸਾਰੇ ਸੇਵਾਦਾਰ, ਟਰੱਸਟ ਦੇ ਸੇਵਾਦਾਰ, ਅਸਥਾਨਾਂ ਪ੍ਰੇਮ ਰੱਖਣ ਵਾਲੀਆਂ ਦੇਸ਼ ਪ੍ਰਦੇਸ਼ ਦੀਆਂ ਸਮੂਹ ਸੰਗਤਾਂ, ਸਾਰਿਆਂ ਦਾ, ਵਿਹੰਗਮਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਤਾਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਸਾਰਾ ਹੀ ਪ੍ਰਸੰਗ ਸੁਣਾ ਦਿਓ, ਪਰ ਉਹਨਾਂ ਦਾ ਸਨੇਹ ਪਿਆਰ ਬੜਾ ਅਲੌਕਿਕ ਹੈ। ਅੱਜ ਸੁਲਤਾਨਪੁਰ ਲੋਧੀ ਕੈਨੇਡੇ ਦੇ ਨੌਜਵਾਨ 400 ਮੋਟਰਸਾਈਕਲਾਂ 'ਤੇ ਉੱਥੇ ਪਹੁੰਚ ਰਹੇ ਆ, ਅਤੇ ਰਾਤ ਮੈਨੇਜਰ ਸਾਹਿਬ ਆਏ ਸੀ ਕਿ ਮਹਾਰਾਜ ਤੁਸੀਂ ਜ਼ਰੂਰ ਆਪਾਂ ਸਵਾਗਤ ਕਰੀਏ ਵੀ ਬੱਚੇ ਇੱਧਰ ਤੁਰੇ ਆ। ਹੁਣ ਇਹ ਸਾਡੇ ਬਜ਼ੁਰਗਾਂ ਦਾ ਸ਼ਹੀਦੀ ਇਸ ਦਿਨ 'ਤੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਹੈ। ਬਾਬਾ ਜੀ ਬੇਨਤੀ ਕੀਤੀ ਸੀ ਕਿ ਸੰਗਤ ਆਗਿਆ ਦੇ ਦੇਵੇ ਅਤੇ ਉੱਥੇ ਵੀ ਸ਼ਾਇਦ ਮੌਕੇ ਨੂੰ ਪਹੁੰਚ ਸਕੀਏ, ਕਿਉਂ 3 ਘੰਟੇ ਲੱਗੇ ਹੀ ਜਾਂਦੇ ਹੈ। ਪਰ ਮਹਾਂਪੁਰਖਾਂ ਦਾ ਪਿਆਰ ਵੀ ਬੜਾ ਅਲੌਕਿਕ ਹੈ। ਅਤੇ ਇਸ ਸਥਾਨ 'ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ 2 ਹੈ ਨਹੀਂ, ਉਹ ਗੁਰਭਾਈ ਹੈ। ਬਰੈਚ ਵੀ ਜਾਈਦਾ, ਨਾ ਜਾਈਏ ਕੋਈ ਐਸੇ ਦ੍ਰਿਸ਼ਟਾਂਤ ਹੁੰਦੇ ਫਿਰ ਜਾਣਾ ਪੈਂਦਾ ਜਿੱਥੇ ਮਹਾਰਾਜ ਸਮਾਏ ਹੈ। ਉਹਨਾਂ ਦੀ ਕਲਾ ਬਿਲਕੁਲ ਸਾਖਿਆਤ ਵਰਤਦੀ ਹੈ। ਅਤੇ ਸਾਧ ਸੰਗਤ ਜੀ, ਉਹਨਾਂ ਦੇ ਜਾਲ 'ਚੋਂ ਨਿਕਲਣਾ ਔਖਾ ਵੀ ਬੜਾ ਹੈ। ਉਹ ਨਹੀਂ ਤਕੜੇ ਪਾਏ ਹੱਥ ਛੱਡ ਦਿਓ। ਇਸ ਕਰਕੇ ਕੋਈ ਮਹਾਰਾਜ ਹਰਪਾਲ ਕਹਿੰਦੇ ਬਾਬਾ ਜੀ ਜਿਹਨੇ ਪਹਿਲਾ ਬਚਨ ਮੰਨਿਆ ਪਹਿਲੇ ਜਨਮ, ਦੁਆ ਦੁਆਤੀ ਹੈ। ਕਹਿੰਦੇ ਮਹਾਰਾਜ ਜਿਹੜੇ ਸਾਡੇ ਵਰਗੇ ਮੰਨਿਆ ਨਹੀਂ, ਕਹਿੰਦੇ ਚੌਥੇ ਜਨਮ ਉਹ ਵੀ ਨਹੀਂ ਛੱਡਣੇ। ਇੱਕ ਵਾਰੀ ਕਹਿ ਦਿੱਤਾ ਕਿ ਅਸੀਂ ਧੰਨ ਬਾਬਾ ਕਰਮ ਸਿੰਘ ਦੇ ਦਾਸ। ਇਹ ਗਿਆਨਵਾਨਾਂ ਦੀ ਗੱਦੀ ਹੈ, ਇਹ ਪੂਰਨ ਪੁਰਖਾਂ ਦੀ ਸੰਪਰਦਾ ਹੈ। ਇਹਦੇ 'ਚ ਅੱਜ ਵੀ ਬਰਕਤ ਉਵੇਂ ਕਿਵੇਂ ਵਰਤ ਰਹੀ ਹੈ। ਸਾਖਿਆਤ ਅਸੀਂ ਤਾਂ ਰੋਜ਼ ਅਨੁਭਵ ਦੇਖਦੇ ਹਾਂ, ਪ੍ਰਤੱਖ ਕਲਾ। ਆਹ ਦੇਖੋ ਐਡਾ ਲੰਗਰ ਜਦੋਂ ਮਹਾਰਾਜ ਬਲੈਤ ਚੱਲੇ, ਇੱਕ ਚਰਨ ਗੱਡੀ 'ਚ ਇੱਕ ਬਾਹਰ ਕੱਢ ਲਿਆ, ਦ੍ਰਿਸ਼ਟੀ ਘੁਮਾਈ, ਕਹਿੰਦੇ ਜਦ ਤਾਈਂ ਧਰਤੀ ਚੰਦ ਸੂਰਜ ਲੰਗਰ ਇਵੇਂ ਚੱਲਦਾ ਰਹੂਗਾ। ਘਰ 'ਚ 2 ਜੀ ਆ ਜਾਣ, ਅੱਜ ਕੱਲ੍ਹ ਤਾਂ ਉਹ ਘਰ ਲੱਜਦੇ ਗ੍ਰਸਤੀ ਵੀ ਸਾਡੀ ਕੁੜੀ ਨੂੰ ਜ਼ਿਆਦਾ ਰੋਟੀਆਂ ਨਾ ਪਕਾਉਣੀਆਂ ਪੈਣ, ਮੁੰਡਾ ਇਕੱਲਾ ਹੀ ਹੋਵੇ। ਹੁਣ ਤਾਂ ਵੈਸੇ ਇਕੱਲੇ ਇਕੱਲੇ ਰਹਿ ਗਏ। ਸਿੱਖ ਨੂੰ ਵਹਿਮ ਬਹੁਤ ਪੈ ਗਿਆ, ਕਿੱਥੋਂ ਰੋਟੀ ਖਾਣਗੇ। ਪਰ ਮਹਾਂਪੁਰਖਾਂ ਦੀ ਕਲਾ ਜਿਹੜੀ ਹੈ, ਬਾਬਾ ਕਰਮ ਸਿੰਘ ਸਾਹਿਬ ਕਹਿੰਦੇ ਬਾਬਾ ਆਇਆ ਸਿੰਘ ਨੂੰ ਮੇਰਾ ਰੁਪਈਆ ਤੇਰਾ ਸਵਾ ਚੱਲੂਗਾ। ਉਹ ਕਲਾ 'ਚ
ਪ੍ਰਤੱਖ ਬਾਬਾ ਜੀ ਨੂੰ ਬਚਨ ਕੀਤਾ। ਬਾਬਾ ਤਰਸ ਮਾਰੇ ਕਹਿੰਦੇ ਮਾਰਾ ਕਰਾਮਾਤ ਡਾਕਟਰ ਸਾਖੀ ਦਾ ਲੰਮੀ, ਕਹਿੰਦੇ ਰੇਰੂ ਸਾਹਿਬ ਤੇ ਪਿਸ਼ੌਰ ਤੱਕ ਸੰਗਤ ਆ ਜਾਏ, ਇਹ ਗੁਰੂ ਨਾਨਕ ਦਾ ਲੰਗਰ ਨਹੀਂ ਮੁੱਕੂਗਾ, ਤੈਨੂੰ ਪਤਾ ਲੱਗ ਜੂ ਕਰਾਮਾਤ ਕੀ ਹੁੰਦੀ ਹੈ। ਇਹ ਕਮਾਈਆਂ ਉਹਨਾਂ ਦੀਆਂ, ਅੱਜ ਵੀ ਉਹ ਸਾਖਿਆਤ ਉਹਨਾਂ ਦੀ ਕਲਾ ਵਰਤ ਰਹੀ ਹੈ। ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਇਹ ਮਹਾਂਪੁਰਖਾਂ ਦੇ ਨਾਂ ਨੂੰ ਚਾਰ ਚੰਨ ਲਾਉਂਦੇ ਰਹਿਣਗੇ। ਦੇਸਾਂ ਪ੍ਰਦੇਸਾਂ 'ਚ ਚੜ੍ਹਦੀ ਕਲਾ 'ਚ ਇਹ ਸੰਪਰਦਾ ਦਾ ਨਾਂ, ਇਤਿਹਾਸ ਮਹਾਰਾਜ ਕਿਰਪਾ ਕਰਨ। ਸਾਰੀ ਸੰਗਤ ਦਾ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਬਾਬਾ ਜੀ ਦੇ ਚਰਨ 'ਚ ਇਹੀ ਬੇਨਤੀ ਕਰੀ ਦੀ ਆ, ਜੇ ਤਾਂ ਤੁਸੀਂ ਸਾਡੇ ਵੱਲ ਦੇਖੋਗੇ, ਸਾਡੀ ਤਾਂ ਜੋ ਕੁਛ ਹੈ ਸਾਹਮਣੇ ਹੀ ਆ ਤੁਹਾਡੇ, ਪਰ ਤੁਸੀਂ ਬੜੇ ਮਹਾਨ ਆ। ਜੇ ਸਾਡੇ 'ਤੇ ਕਿਰਪਾ ਕਰੋਗੇ ਅਤੇ ਕਿਉਂਕਿ ਮਾੜਾ ਕੁੱਤਾ ਖਸਮੇ ਗਲ, ਜੇ ਕੁੱਤਾ ਕਿਸੇ ਦਾ ਮਾੜਾ ਹੋਵੇ ਖਸਮ ਨੂੰ ਗੱਲ ਜਾਂਦੀ ਹੈ। ਕਿ ਜੇ ਅਸੀਂ ਔਗਣ ਕਰਾਂਗੇ ਫਿਰ ਲੋਕਾਂ ਨੂੰ ਉਂਗਲ ਤੁਹਾਡੇ ਵੱਲ ਕਰਨੀ ਹੈ ਫਲਾਣੇ ਦਾ, ਤੁਸੀਂ ਕਿਰਪਾ ਕਰ ਦਿਓ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਓ, ਹਮ ਪਾਪੀ ਵੱਡ ਗੁਨਾਹਗਾਰ। ਤੁਸੀਂ ਆਪਣੀ ਮਿਹਰ ਕਰੋ ਅਤੇ ਸੇਵਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਰਹੀਏ ਕਿ ਤੁਹਾਡੇ ਨਿਸ਼ਾਨਾਂ ਧਾਮਾਂ ਸਥਾਨਾਂ ਦੀ ਇਵੇਂ ਕਿਵੇਂ ਚੜ੍ਹਦੀ ਕਲਾ ਰਹੇ ਅਤੇ ਦੁਨੀਆ 'ਤੇ ਉਹਨਾਂ ਦੀ ਸੋਭਾ ਹੋਵੇ। ਬਾਬਾ ਵੀਰ ਸਿੰਘ ਸਾਹਿਬ ਕਹਿੰਦੇ ਸੀ, ਸਿੱਖੋ ਤੁਹਾਡੇ ਜੀਵਨ ਤੋਂ ਸਾਡੇ ਜੀਵਨ ਦਾ ਲੋਕਾਂ ਨੇ ਅੰਦਾਜ਼ਾ ਲਾਉਣਾ। ਸੇਵਕ ਮਹਾਨ ਹੋਵੇ, ਕਹਿੰਦੇ ਲੈ ਬਈ ਇਹਨਾਂ ਦੇ ਗੁਰੂ, ਇਹਨਾਂ ਦੇ ਮਹਾਂਪੁਰਖ ਕਿੰਨੇ ਮਹਾਨ ਹੋਣਗੇ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ, 40 ਦਿਨ ਵਾਸਤੇ ਬਾਬਾ ਵੀਰ ਸਿੰਘ ਯਾਦ, ਭਲਾ ਤਾਂ ਸਾਡਾ ਹੀ ਹੋਣਾ, ਉਹ ਤਾਂ ਸਮਰੱਥ ਆ। 25 ਸ੍ਰੀ ਜਪਜੀ ਸਾਹਿਬ ਰਹਿ ਰਸ ਤੋਂ ਪਹਿਲਾਂ, ਜਾਂ 33 ਮਾਲਾ ਮੂਲ ਮੰਤਰ ਦੀਆਂ। ਜਿਹੜੇ ਅਨਪੜ੍ਹ ਆ ਉਹ ਫਿਰ ਮੂਲ ਮੰਤਰ ਜਾਂ ਗੁਰ ਮੰਤਰ ਕਰ ਲੈਣ, ਇਹ ਆਪੋ ਆਪਣਾ, ਅਤੇ ਜਾਂ ਆਪਣੇ ਨਗਰ ਦੇ ਜਾਂ ਤਹਿਸੀਲ ਜਾਂ ਇਸ ਪਵਿੱਤਰ ਸਥਾਨ 'ਤੇ ਆ ਕੇ ਦੇਗ ਕਰਾ ਜਾਇਓ। ਅਤੇ ਬਾਬਾ ਵੀਰ ਸਿੰਘ ਦੀ ਕਿਰਪਾ ਸਾਡੇ ਸਾਰਿਆਂ 'ਤੇ ਵਰਤ ਜਾਏ। ਸੋ ਇਸ ਵਾਸਤੇ ਜਿਹੜੇ ਇੱਥੇ ਆਈ ਦਾ ਆਮ ਦੇਖੀ ਦਾ, ਇੱਕ ਵਾਰੀ ਆ ਗਏ, ਉਹ ਕਿਆ ਕਰਨ, ਸਾਡਾ ਲੰਗਰ ਬੜਾ ਚੱਲਦਾ। ਜਿਹੜੇ ਇੱਥੇ ਆਏ ਕਹਿੰਦੇ ਇੱਥੇ ਆ ਕੇ ਤਾਂ ਵੀ ਸਾਡੀ ਤਾਂ ਲੰਗਰ ਹੀ ਜਿਹੀ ਆ, ਇਹ ਲੰਗਰ ਤਾਂ ਰਾੜਾ ਸਾਹਿਬ ਹੀ ਆ, ਗੱਜ ਕੇ ਬੋਲੋ। ਉਹ ਬੰਦੇ ਨੇ ਆਪ ਗੱਲ ਕੀਤੀ, ਇਹ ਭਾਈ ਲੰਗਰ ਬੰਦੇ ਦਾ ਨਹੀਂ ਹੈਗਾ, ਇਹ ਲੰਗਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਔਰ ਉਹਨਾਂ ਦੇ ਗੜਵਈ 50 ਪਿਆਰਿਆਂ ਦੇ ਜਥੇਦਾਰ ਭਾਈ ਦਇਆ ਸਿੰਘ ਦੀ ਸੰਪਰਦਾ, ਇਹ ਕਮਾਈ ਵਾਲੇ ਪੁਰਖਾਂ ਦੇ ਲੰਗਰ। ਲੰਗਰ ਚੱਲਿਆ ਗੁਰ ਸ਼ਬਦ, ਹਰ ਤੋਟ ਨਾ ਆਵੇ ਘਟੀਆ। ਬੜਵੜਿਆ ਸੈਲਰਾਂ ਵਾਲੇ ਠੇਕੇਦਾਰ ਅਮੀਰ ਵਜ਼ੀਰ ਬੈਠੇ, ਹੈ ਲੰਗਰ ਕਿਸੇ ਦਾ, ਉਹਨਾਂ ਦੇ ਕੁਕਰੇ ਨਹੀਂ ਮਾਨ ਘਰਾਂ ਜਾਓ। ਪਰ ਇਹ ਕਮਾਈ ਵਾਲਿਆਂ ਦੇ ਸ਼ਬਦ ਜਿਨ੍ਹਾਂ ਕੋਲ ਉਹਨਾਂ ਦੇ ਲੰਗਰ ਚੱਲਦੇ ਆ, ਇਹ ਵੀ ਲੰਗਰ ਹੈ, ਸ਼ਬਦ ਦਾ ਲੰਗਰ ਵੀ। ਹੁਣ ਬਾਬਾ ਜੀ ਆਪ ਜੀ ਨੂੰ ਸ਼ਬਦ ਦਾ ਲੰਗਰ ਵੀ ਛਕਾਉਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਤੇ ਬਾਬਾ ਜੀ ਦਾ, ਸੰਗਤ ਦਾ, ਅਤੇ ਨਗਰ ਕੀਰਤਨ 5 ਪਿਆਰਿਆਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ